ਸਮੂਹ ਨਾਨਕ ਨਾਮ ਲੇਵਾ ਸਿੱਖ ਸੰਗਤ ਆਓ ਫਤਿਹ ਨਾਲ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਜੋ ਅੱਜ ਦੇ ਸਮੇਂ ਦੇ ਅੰਦਰ ਸਿੱਖ ਪੰਥ ਦੇ ਗੁਰੂ ਘਰਾਂ ਦੇ ਅੰਦਰ ਜੋ ਗੁਰੂ ਘਰ ਦੇ ਵਜ਼ੀਰ, ਗੁਰੂ ਸਾਹਿਬ ਦੇ ਵਜ਼ੀਰ ਜੋ ਬਾਣੀ ਨੂੰ ਪੜ੍ਹਦੇ ਨੇ, ਬਾਣੀ ਨੂੰ ਵਿਚਾਰ ਕੇ ਅਤੇ ਸੰਗਤਾਂ ਤੱਕ ਪਹੁੰਚਾਉਣ ਦੇ ਯਤਨ ਕਰਦੇ ਨੇ, ਉਹਨਾਂ ਗ੍ਰੰਥੀ ਸਿੰਘਾਂ ਦੇ ਜੋ ਅੱਜ ਸੰਸਾਰ ਦੇ ਅੰਦਰ ਜੋ ਗੁਰੂ ਘਰਾਂ ਦੇ ਅੰਦਰ ਜਾਂ ਕਹਿ ਲਈਏ ਕਿ ਸਾਡੇ ਪੰਜਾਬ ਦੇ ਅੰਦਰ ਜੋ ਪਿੰਡਾਂ ਦੇ ਵਿੱਚ ਦਸ਼ਾ ਉਹਨਾਂ ਦੀ ਚੱਲ ਰਹੀ, ਜੋ ਉਹਨਾਂ ਦਾ ਮੰਦੇ ਹਾਲ ਨੇ, ਕੁਛ ਕੁ ਗ੍ਰੰਥੀ ਸਿੰਘਾਂ ਦੇ ਤੇ ਇਹੋ ਜਿਹੇ ਵੀ ਜੋ ਆ ਜਿਹੜਾ ਪਿਛਲਾ ਸਮਾਂ ਕਰੋਨਾ ਮਹਾਂਮਾਰੀ ਦੇ ਵਿੱਚ ਲੋਕਡਾਊਨ ਦਾ ਸਮਾਂ ਬੀਤਿਆ ਹੈ, ਉਸ ਦੇ ਵਿੱਚ ਕੁਝ ਕੁ ਗ੍ਰੰਥੀ ਸਿੰਘਾਂ ਨੇ ਜਿਹੜਾ ਉਹ ਇੱਥੋਂ ਤੱਕ ਵੀ ਖਬਰਾਂ ਆਈਆਂ ਕਿ ਫਾਹਾ ਲਾਉਣ ਦੇ ਵੀ ਯਤਨ ਕੀਤੇ ਜਾਂ ਕੁਛ ਕੁ ਨੇ ਆਤਮ ਹੱਤਿਆਵਾਂ ਵੀ ਕੀਤੀਆਂ। ਸੋ ਇਹਨਾਂ ਵਿਚਾਰਾਂ ਦੇ ਨਾਲ ਸਾਂਝ ਪਾਉਣ ਵਾਸਤੇ ਅੱਜ ਭਾਈ ਚਮਕੌਰ ਸਿੰਘ ਜੀ ਸਾਡੇ ਨਾਲ ਜੁੜੇ ਨੇ। ਇਹਨਾਂ ਦੇ ਨਾਲ ਇਹਨਾਂ ਵਿਸ਼ਿਆਂ ਦੇ ਕਾਰਨ ਬਾਰੇ, ਇਹਨਾਂ ਦੇ ਹੱਲ ਬਾਰੇ ਜਾਂ ਇਹਨਾਂ ਵਿਸ਼ਿਆਂ ਦੇ ਬਾਰੇ, ਇਹ ਗ੍ਰੰਥੀ ਸਿੰਘਾਂ ਦਾ ਜੋ ਸਰੂਪ ਅੱਜ ਦੇ ਸਮੇਂ ਵਿੱਚ ਸਾਡੇ ਪੰਥ ਦੇ ਵਿੱਚ ਬਣਿਆ ਹੈ, ਇਹਦੇ ਬਾਰੇ ਵਿਚਾਰ ਕਰਨ ਲੱਗੇ ਹਾਂ। ਭਾਈ ਸਾਹਿਬ ਜੀ ਦੇ ਨਾਲ ਪਹਿਲਾਂ ਫਤਿਹ ਦੀ ਸਾਂਝ ਪਾਈਏ ਅਤੇ ਫਿਰ ਇਹਨਾਂ ਦਾ ਹਾਲ ਚਾਲ ਪੁੱਛਦੇ ਹਾਂ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਭਾਈ ਸਾਹਿਬ ਜੀ? ਹਾਂਜੀ, ਚੜ੍ਹਦੀ ਕਲਾ ਜੀ, ਕਿਰਪਾ ਮਾਲਕ ਦੀ। ਧੰਨਵਾਦ। ਜੋ ਭਾਈ ਸਾਹਿਬ ਜੀ ਆਪਨੇ ਵਿਸ਼ਾ ਸੁਣਿਆ ਹੈ, ਜੋ ਮੇਰੇ ਮਨ ਦੇ ਅੰਦਰ ਵੀ ਵੇਦਨਾ ਸੀ ਅਤੇ ਕਿਤੇ ਨਾ ਕਿਤੇ ਆਪ ਜੀ ਨੇ ਵੀ ਦੱਸਿਆ ਕਿ ਇਸ ਕਰਕੇ ਆਪ ਜੀ ਦੇ ਨਾਲ ਵਿਚਾਰ ਕਰਨ ਵਾਸਤੇ, ਜੋ ਸਾਡੀ ਆਵਾਜ਼ ਸੰਗਤਾਂ ਤੱਕ ਪਹੁੰਚ ਸਕੇ, ਇਸ ਵਾਸਤੇ ਵਿਚਾਰ ਕਰਨ ਲਈ ਜੁੜੇ ਹਾਂ। ਅਤੇ ਕਿਤੇ ਆਪ ਜੀ ਦੇ ਮਨ ਦੇ ਵਿੱਚ ਜੋ ਵੀ ਗ੍ਰੰਥੀ ਸਿੰਘਾਂ ਦੀ ਅੱਜ ਦੇ ਸਮੇਂ ਦੇ ਹਾਲਾਤਾਂ ਬਾਰੇ ਵਿਚਾਰ ਹੈ, ਉਹ ਸਾਡੇ ਨਾਲ ਸਾਂਝੇ ਕਰਨ ਦੇ ਯਤਨ ਕਰੀਏ। ਹਾਂਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਬਹੁਤ ਵਧੀਆ ਸਵਾਲ ਕੀਤੇ ਆ, ਕਿਉਂਕਿ ਮੇਰੇ ਮਨ ਦੇ ਅੰਦਰ ਵੀ ਕਿਤੇ ਨਾ ਕਿਤੇ ਇੱਛਾ ਸੀ ਕਿ ਇਹਨਾਂ ਸਵਾਲਾਂ ਦੇ ਉੱਪਰ ਕੋਈ ਵਿਚਾਰ ਵਟਾਂਦਰਾ ਕੀਤਾ ਜਾਵੇ। ਸਾਡੇ ਗ੍ਰੰਥੀ ਸਿੰਘਾਂ ਦੇ ਹੁਣ ਜਿਹੜੇ ਪਿੰਡਾਂ ਦੇ ਵਿੱਚ ਹਾਲਾਤ ਆ ਨਾ, ਖਾਸ ਕਰਕੇ ਪੰਜਾਬ ਦੇ ਪਿੰਡਾਂ ਦੇ ਜੋ ਹਾਲਾਤ ਬਣੇ ਹੋਏ ਆ, ਜਿਹੜਾ ਗ੍ਰੰਥੀ ਸਿੰਘ ਹੈ ਉਹ ਕਿਹੜੇ ਗ੍ਰੰਥੀ ਸਿੰਘ ਦੀ ਭਾਲ ਹੋ ਰਹੀ ਹੈ। ਅਸੀਂ ਜਦੋਂ ਥੋੜ੍ਹਾ ਜਿਹਾ ਜਦੋਂ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦਾ ਸਮਾਂ ਸੀ, ਕਿੰਨਾ ਸਤਿਕਾਰ ਬਾਬਾ ਬੁੱਢਾ ਸਾਹਿਬ ਜੀ ਦਾ, ਗੁਰੂ ਘਰ ਦੇ ਗ੍ਰੰਥੀ ਦਾ ਕਿੰਨਾ ਸਤਿਕਾਰ ਸਿੱਖ ਸੰਗਤਾਂ ਕਰ ਰਹੀਆਂ। ਜਿੱਥੇ ਗੁਰੂ ਅਰਜਨ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸਿੱਖ ਸੰਗਤਾਂ ਮੱਥਾ ਟੇਕਦੀਆਂ, ਉੱਥੇ ਬਾਬਾ ਬੁੱਢਾ ਸਾਹਿਬ ਜੀ ਦਾ ਵੀ ਉਨਾ ਸਤਿਕਾਰ ਕਰ ਰਹੇ ਨੇ, ਕਿਉਂਕਿ ਗੁਰੂ ਘਰ ਦੇ ਵਜ਼ੀਰ ਆ, ਪਹਿਲੇ ਗ੍ਰੰਥੀ ਹੋਣ ਦਾ ਉਹਨਾਂ ਨੂੰ ਮਾਣ ਪ੍ਰਾਪਤ ਹੋਇਆ ਹੈ। ਪਰ ਅੱਜ ਵੇਖੋ, ਜਦੋਂ ਅਸੀਂ ਪਿੰਡਾਂ ਦੇ ਵਿੱਚ ਵਿਚਰਦੇ ਹਾਂ ਪ੍ਰਚਾਰ ਕਰਨ ਦੇ ਲਈ ਜਾਂ ਆਦਿਕ ਹੋਰ, ਆਪਾਂ ਜਿੱਥੇ ਵੀ ਆਪਣੀ ਕੋਈ ਡਿਊਟੀ ਲੱਗਦੀ ਹੈ, ਕਿਹੜੇ ਗ੍ਰੰਥੀ ਸਿੰਘ ਦੀ ਚੋਣ ਹੋ ਰਹੀ ਹੈ। ਜਿਹੜੇ ਗ੍ਰੰਥੀ ਸਿੰਘ ਨੂੰ 2500 ਰੁਪਈਆ ਮਹੀਨੇ ਦੀ ਤਨਖਾਹ ਦਿੱਤੀ ਜਾਵੇ, ਜਿਹੜਾ ਗ੍ਰੰਥੀ ਸਿੰਘ ਡਾਲੀ ਕਰੇ, ਗਜਾ ਕਰੇ, ਡਾਲੀ ਤੋਂ ਭਾਵ ਵੀ ਗਜਾ ਕਰਨਾ ਮਾਲਵੇ ਦੇ ਵਿੱਚ ਸ਼ਬਦ ਵਰਤਿਆ ਜਾਂਦਾ ਹੈ, ਡਾਲੀ ਕਰੇ, ਗਜਾ ਕਰੇ ਅਤੇ ਘਰ ਘਰ 'ਚੋਂ ਉਹ ਮੰਗਦਾ ਫਿਰੇ, ਉਹ ਕੀ ਆ। ਗੁਰੂ ਘਰ ਦੇ ਵਜ਼ੀਰ ਦੇ ਆਹ ਹਾਲਾਤ, ਕਿੱਥੇ ਆ ਗਿਆ ਆਪਣਾ ਜਿਹੜਾ ਪੰਥ ਹੈ। ਕਿਤੇ ਨਾ ਕਿਤੇ ਆਪਣੇ ਪੰਥ ਨੂੰ ਇਹ ਵਿਸ਼ੇ ਦੇ ਉੱਪਰ ਵਿਚਾਰਾਂ ਕਰਨੀਆਂ ਚਾਹੀਦੀਆਂ ਅਤੇ ਉਹਨਾਂ ਗ੍ਰੰਥੀ ਸਿੰਘਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਜਿਹੜੇ ਗੁਰੂ ਘਰ ਦੇ ਵਜ਼ੀਰ ਆ। ਹੁਣ ਹਿੰਦੂ ਧਰਮ ਦੇ ਅੰਦਰ ਆ, ਜਿਹੜੇ ਪੰਡਤ ਵਿਦਵਾਨ ਹੈ, ਉਹ ਘਰ ਘਰ ਮੰਗਦੇ ਵੇਖੇ, ਕਦੀ ਝੋਲਾ ਚੱਕਿਆ ਹੋਵੇ ਅਤੇ ਘਰ ਘਰ ਮੰਗਦੇ ਫਿਰਦੇ ਹੋਣ। ਈਸਾਈ ਧਰਮ ਦੇ ਅੰਦਰ ਪਾਦਰੀ ਹੈ, ਉਹਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਫਿਕਰ ਨਹੀਂ ਹੈ, ਉਹਨੂੰ ਕੋਈ ਵੀ ਕਿਸੇ ਪ੍ਰਕਾਰ ਦਾ ਫਿਕਰ ਨਹੀਂ, ਉਹਦੇ ਬੱਚਿਆਂ ਦੀ ਪੜ੍ਹਾਈ ਫਰੀ ਆ, ਸਾਰਾ ਕੁਝ ਫਰੀ ਹੈ। ਉਹ ਕਦੀ ਘਰ ਘਰ ਮੰਗਦਾ ਵੇਖਿਆ? ਨਹੀਂ ਵੇਖਿਆ। ਹੁਣ ਸਾਡੇ ਧਰਮ ਦੇ ਅੰਦਰ ਗ੍ਰੰਥੀ ਸਿੰਘ ਕਿੰਨੀ ਉੱਚੀ ਹਸਤੀ ਦੇ ਮਾਲਕ ਹੈ, ਅਤੇ ਉਹ ਆਪਾਂ ਦੇਖਦੇ ਹਾਂ ਹੱਥ ਦੇ ਵਿੱਚ ਬਾਲਟੀ ਫੜ ਕੇ ਅਤੇ ਉਹ ਘਰ ਘਰ ਮੰਗਦੇ ਫਿਰਦੇ। ਕਿਉਂ ਉਹਨਾਂ ਦਾ ਸਤਿਕਾਰ ਇੰਨਾ ਜ਼ਿਆਦਾ ਘੱਟ ਰਿਹਾ ਹੈ? ਇਹ ਆਪਣੇ ਅੱਜ ਦੇ ਗ੍ਰੰਥੀ ਸਿੰਘਾਂ ਦੇ ਜਿਹੜੇ ਉਹ ਹਾਲਾਤ ਬਣੇ ਹੋਏ ਆ। ਇਹਨਾਂ ਮਸਲਿਆਂ ਦੇ ਅੰਦਰ ਭਾਈ ਸਾਹਿਬ ਜੀ, ਤੁਹਾਡੇ ਅਨੁਸਾਰ ਕਾਰਨ ਕੀ ਹੋ ਸਕਦਾ ਕਿ ਸਾਡੀਆਂ ਕਮੇਟੀਆਂ ਦੇ ਵਿੱਚ ਦੋਸ਼ ਹੈ, ਜਾਂ ਸਾਡੀ ਸੰਗਤ ਇੰਨੀ ਜਾਗਰੂਕ ਨਹੀਂ, ਜਾਂ ਕਹਿ ਲਈਏ ਕਿ ਸਿੱਖ ਕੌਮ ਦੇ ਅੰਦਰ ਇੰਨੀ ਜਾਗਰੂਕਤਾ ਨਹੀਂ, ਜਾਂ ਪੁਰਾਣੇ ਸਮੇਂ ਤੋਂ ਅਸੀਂ ਖੁੰਝ ਗਏ ਹਾਂ, ਅਤੇ ਜਾਂ ਕਹਿ ਲਈਏ ਕਿ ਜਿਹੜੇ ਗ੍ਰੰਥੀ ਸਿੰਘ ਨੇ ਉਹਨਾਂ ਦੇ ਅੰਦਰ ਵੀ ਕਿਤੇ ਨਾ ਕਿਤੇ ਜਿਹੜੀ ਗਿਆਨ ਦੀ ਜਾਂ ਸਮਰਪਿਤ ਭਾਵਨਾ ਦੀ, ਕਿਉਂਕਿ ਗੁਰੂ ਪ੍ਰਤੀ ਜਿਹੜਾ ਸਮਰਪਿਤ ਹੈ ਉਹ ਗੁਰੂ ਦਾ ਵਜ਼ੀਰ ਹੋ ਸਕਦਾ। ਹਾਂ, ਜਿਸ ਤਰ੍ਹਾਂ ਤੁਸੀਂ ਇਹ ਗੱਲ ਕਹੀ ਹੈ, ਹੁਣ ਆਪ ਜੀ ਦੀ ਗੱਲ ਦੇ ਵਿੱਚੋਂ ਦੋ ਵਿਸ਼ੇ ਨਿਕਲਦੇ ਆ। ਪਹਿਲੀ ਗੱਲ ਪ੍ਰਬੰਧਕ ਕਮੇਟੀ, ਦੂਸਰੀ ਗੱਲ ਗ੍ਰੰਥੀ ਸਿੰਘ ਦੇ ਅੰਦਰ ਕਿੱਥੇ ਘਾਟ ਆਈ ਹੈ।
ਹੁਣ ਪ੍ਰਬੰਧਕ ਕਮੇਟੀ ਜਦੋਂ ਕੋਈ ਚੰਗਾ ਵਧੀਆ, ਜਿਸ ਤਰ੍ਹਾਂ ਕੋਈ ਟਕਸਾਲ ਦੇ ਵਿੱਚ ਕੋਈ 4 5 7 ਸਾਲ ਲਾ ਕੇ, ਚਾਹੇ ਕਿਸੇ ਕਾਲਜ ਦੇ ਵਿੱਚੋਂ ਚੰਗੀ ਵਿੱਦਿਆ ਪ੍ਰਾਪਤ ਕਰਕੇ, ਕਿਸੇ ਸੰਪਰਦਾ ਦੇ ਵਿੱਚੋਂ ਚੰਗੀ ਵਿੱਦਿਆ ਪ੍ਰਾਪਤ ਕਰਕੇ, ਚੰਗੇ ਗਿਆਨ ਦੀ ਪ੍ਰਾਪਤੀ ਕਰਕੇ ਜਦੋਂ ਗ੍ਰੰਥੀ ਸਿੰਘ ਪਿੰਡ ਦੇ ਗੁਰਦੁਆਰੇ ਦੇ ਵਿੱਚ ਜਾਵੇਗਾ ਤੇ ਉਹਨੂੰ ਇਹ ਗੱਲ ਚਾਹੀਦੀ ਹੈ, ਜਿਹੜੀ ਪਿੰਡਾਂ ਦੀਆਂ ਕਮੇਟੀਆਂ ਨੇ ਉਹਨਾਂ ਨੂੰ ਇਹ ਚਾਹੀਦਾ ਹੈ ਕਿ ਉਹਦਾ ਬਣਦਾ ਹੱਕ ਦਿੱਤਾ ਜਾਵੇ, ਉਹਦੀ ਜ਼ਿੰਦਗੀ ਦਾ ਸੰਘਰਸ਼ ਵੇਖਿਆ ਜਾਵੇ ਕਿ ਉਹਨੇ ਕਿੰਨੇ ਸਾਲ ਲਾ ਕੇ ਵਿੱਦਿਆ ਪ੍ਰਾਪਤ ਕੀਤੀ ਹੈ। ਉਹ ਕੋਈ ਨਾ ਕੁਝ ਆ ਕੇ ਜਿਹੜਾ ਪਿੰਡ ਦੇ ਵਿੱਚ ਉਹ ਗਿਆਨ ਵੰਡ ਰਿਹਾ ਹੈ, ਬੱਚਿਆਂ ਨੂੰ ਗੁਰੂ ਘਰ ਦੇ ਨਾਲ ਜੋੜ ਰਿਹਾ ਹੈ, ਸਾਰਿਆਂ ਨੂੰ ਸਮਝਾ ਰਿਹਾ, ਗੁਰ ਇਤਿਹਾਸ ਦੇ ਨਾਲ ਜੋੜ ਰਿਹਾ। ਦੂਸਰੇ ਪਾਸੇ ਦੂਸਰਾ ਆਪ ਜੀ ਦਾ ਸਵਾਲ ਸੀ ਕਿ ਗ੍ਰੰਥੀ ਸਿੰਘਾਂ ਦੇ ਅੰਦਰ ਕਿੱਥੇ ਘਾਟ ਆਈ ਹੈ। ਮੈਂ ਇੱਥੋਂ ਤੱਕ ਹਾਲਾਤ ਵੇਖੇ ਆ ਪਿੰਡਾਂ ਦੇ ਵਿੱਚ, ਜਿਹੜੇ ਗ੍ਰੰਥੀ ਸਿੰਘ ਨੇ ਜਪਜੀ ਸਾਹਿਬ ਦੀ ਸੰਥਿਆ ਵੀ ਨਹੀਂ ਕੀਤੀ। ਉਹ ਕਹਿ ਰਿਹਾ ਕਿ ਮੈਂ ਗ੍ਰੰਥੀ ਆ, ਉਹ ਡਿਊਟੀ ਨਿਭਾ ਰਿਹਾ ਹੈ ਗੁਰਦੁਆਰੇ ਦੇ ਅੰਦਰ। ਆਪਾਂ ਉਹਨੂੰ ਤਾਂ ਨਹੀਂ ਕਹਿ ਸਕਦੇ ਕਿ ਉਹ ਗ੍ਰੰਥੀ ਦੇ ਲਾਇਕ ਹੋਵੇ ਜਾਂ ਪਾਠੀ ਦੇ ਲਾਇਕ ਹੋਵੇ। ਲਾਇਕ ਉਹੀ ਬੰਦਾ ਹੈ ਜਿਨਨੇ ਕੁਝ ਨਾ ਕੁਝ ਸਿੱਖਿਆ ਪ੍ਰਾਪਤ ਕੀਤੀ ਹੈ। ਹੁਣ ਕਿਸੇ ਨੇ ਭਰਤੀ ਹੋਣਾ ਹੋਵੇ, ਕਿਸੇ ਨੇ ਹੋਰ ਨੌਕਰੀ ਕਰਨੀ ਹੋਵੇ, ਬਾਹਰ ਜਾਣ ਲਈ ਆਈਲੈਟਸ ਜ਼ਰੂਰੀ ਹੈ। ਹੁਣ ਆਪਾਂ ਭਰਤੀ ਵੇਖਣੀ ਹੈ, 10th ਜ਼ਰੂਰੀ ਹੈ, +2 ਜ਼ਰੂਰੀ ਹੈ। ਜੇਕਰ ਉਹਨਾਂ ਲਈ ਇਹ ਆਪਣੀ ਸਟੱਡੀ ਜ਼ਰੂਰੀ ਹੈ ਤੇ ਫਿਰ ਆਪਾਂ ਨੂੰ ਗੁਰੂ ਘਰ ਦੇ ਵਿੱਚ ਵੀ ਗ੍ਰੰਥੀ ਜਦੋਂ ਆਪਾਂ ਰੱਖਦੇ ਹਾਂ, ਚਾਹੇ ਉਹਨੇ ਗ੍ਰੰਥੀ ਦੀ ਸੇਵਾ ਕਰਨੀ, ਉਹਦੇ ਲਈ ਵੀ ਇਹ ਜਿਹੜੀ ਪੜ੍ਹਾਈ ਹੈ, ਗੁਰਮਤਿ ਦੀ ਵਿੱਦਿਆ ਹੈ, ਗੁਰੂ ਦੀ ਜਿਹੜੀ ਵਿਚਾਰਧਾਰਾ ਹੈ, 1430 ਪੰਨਿਆਂ ਦੀ ਜਿਹੜੀ ਸੰਥਿਆ ਹੈ, ਆਦਿਕ ਹੋਰ ਜਿਹੜਾ ਸਾਡਾ ਇਤਿਹਾਸ ਹੈ, ਗੁਰੂ ਦੇ ਜਿਹੜੇ ਸਾਡੇ ਗੁਰਸਿੱਖੀ ਦੇ ਜਿਹੜੇ ਸਿਧਾਂਤ ਹੈ, ਉਹਨਾਂ ਤੋਂ ਜਾਣੂ ਜ਼ਰੂਰ ਹੋਣਾ ਚਾਹੀਦਾ ਹੈ। ਕਿਤੇ ਨਾ ਕਿਤੇ ਸਾਡੇ ਗ੍ਰੰਥੀਆਂ ਦੇ ਅੰਦਰ ਵੀ ਇਹ ਘਾਟ ਜ਼ਰੂਰ ਹੈ ਕਿ ਉਹ ਉਨੇ ਗਿਆਨ ਦੀ ਪ੍ਰਾਪਤੀ ਨਹੀਂ ਕਰ ਸਕੇ ਜਿੰਨਾ ਉਹਨਾਂ ਨੂੰ ਚਾਹੀਦਾ ਸੀ। ਅੱਜ ਦੇ ਸਮੇਂ ਦੇ ਅੰਦਰ ਜਿਹੜਾ ਇਹ ਹਾਲਾਤ ਸਾਡੀ ਕੌਮ ਦੇ ਅੰਦਰ ਬਣੇ ਆ, ਚਲੋ ਇਹਨਾਂ ਦੇ ਦੋ ਕਾਰਨ ਹੋ ਗਏ। ਇੱਕ ਤੇ ਸਾਡੀ ਕੌਮ ਦੇ ਅੰਦਰ ਵੀ ਉਹਨਾਂ ਨੂੰ ਗ੍ਰੰਥੀ ਸਿੰਘਾਂ ਨੂੰ ਜਿਹੜਾ ਉਹਨਾਂ ਦਾ ਬਣਦਾ ਇਵਜ਼ਾਨਾ ਦੇਣ ਦੀ ਇੰਨੀ ਜਾਗਰੂਕਤਾ ਨਹੀਂ, ਉਹਨਾਂ ਦੇ ਨਾਲ ਵਿਤਕਰਾ ਕੀਤਾ ਜਾਂਦਾ, ਹੋਰ ਭਾਵਨਾ ਦੇ ਨਾਲ ਉਹਨਾਂ ਦੇ ਨਾਲ ਵਿਵਹਾਰ ਕੀਤੇ ਜਾਂਦੇ ਆ। ਤੇ ਦੂਜੀ ਗੱਲ ਕਿ ਗ੍ਰੰਥੀ ਸਿੰਘਾਂ ਦੇ ਅੰਦਰ ਵੀ ਜਿਹੜੀਆਂ ਕੁਛ ਕੁ ਘਾਟਾਂ ਨੇ, ਇਹਨਾਂ ਦਾ ਹੱਲ ਵੀ ਬਿਲਕੁਲ ਇਸ ਤਰ੍ਹਾਂ ਦਾ ਹੋ ਸਕਦਾ ਕਿ ਕੁਛ ਕੁ ਗ੍ਰੰਥੀ ਸਿੰਘਾਂ ਨੂੰ ਵੀ ਅੱਗੇ ਵਧਣਾ ਚਾਹੀਦਾ, ਥੋੜ੍ਹੇ ਗਿਆਨਵਾਨ ਹੋਣਾ ਚਾਹੀਦਾ ਹੈ, ਤੇ ਜਾਂ ਕੁਛ ਕੁ ਜਿਹੜਾ ਉਹ ਕਮੇਟੀਆਂ ਨੂੰ ਵੀ ਆਪਣਾ ਸਮਾਂ ਜਿਹੜਾ ਕਾਰਜ ਹੈ ਉਹ ਸਮੇਂ ਦੇ ਅਨੁਸਾਰ ਸਹੀ ਤਰੀਕੇ ਦੇ ਨਾਲ ਸਮਝ ਕੇ ਚੱਲਣੇ ਚਾਹੀਦੇ ਨੇ। ਜੋ ਉਹਨਾਂ ਦਾ ਬਣਦਾ ਕਾਰਜ ਹੈ, ਬਣਦੇ ਇਵਜ਼ਾਨੇ ਨੇ ਗ੍ਰੰਥੀ ਸਿੰਘਾਂ ਦੇ, ਉਹਨਾਂ ਦੇ ਪਰਿਵਾਰ ਦੇ ਪ੍ਰਬੰਧਕਤਾ ਜਿਹੜੀ ਉਹ ਵੇਖਣੀ ਚਾਹੀਦੀ ਹੈ। ਹਾਂ ਜ਼ਰੂਰ, ਇਹਦੇ ਵਿੱਚ ਇਸ ਹਾਲਾਤਾਂ ਦੇ ਵਿੱਚ ਜਿਹੜੀ ਉਹ ਆਪਾਂ ਕਹਿ ਰਹੀਏ ਕਿ ਇੱਕ ਚੰਗੀ ਜਦੋਂ ਕਮੇਟੀ ਚੰਗੀ ਆਵੇਗੀ, ਚੰਗਾ ਗ੍ਰੰਥੀ ਸਿੰਘ ਆਵੇਗਾ। ਪਹਿਲੀ ਗੱਲ ਤਾਂ ਕਮੇਟੀ ਨੂੰ ਇਹ ਚਾਹੀਦਾ ਹੈ ਜਦੋਂ ਗ੍ਰੰਥੀ ਸਿੰਘ ਦੀ ਚੋਣ ਕਰਨੀ ਹੈ, ਕੋਈ ਚੰਗੇ ਗਿਆਨੀ ਸੱਦ ਕੇ, ਕੋਈ ਚੰਗੇ ਗ੍ਰੰਥੀ ਸੱਦ ਕੇ, ਚੰਗੇ ਵਿਦਵਾਨ ਸੱਦ ਕੇ ਉਹਦਾ ਪਹਿਲਾਂ ਟੈਸਟ ਲਿਆ ਜਾਵੇ। ਕਿਸੇ ਵੀ ਨੌਕਰੀ ਨੂੰ ਆਪਾਂ ਅਪਣਾਉਣਾ ਹੈ, ਕਿਸੇ ਨੌਕਰੀ ਦੇ ਵਿੱਚ ਆਪਾਂ ਜਾਣਾ ਹੈ, ਉਹਦੇ ਲਈ ਟੈਸਟ ਜ਼ਰੂਰੀ ਆ ਨਾ, ਤੇ ਫਿਰ ਗ੍ਰੰਥੀ ਸਿੰਘ ਦਾ ਵੀ ਟੈਸਟ ਲੈਣਾ ਜ਼ਰੂਰੀ ਹੋਵੇਗਾ। ਉਹਦਾ ਟੈਸਟ ਲਿਆ ਜਾਵੇ, ਉਹਦੇ ਕੋਲੋਂ ਗੁਰਬਾਣੀ ਸੁਣੀ ਜਾਵੇ, ਸੁੱਧ ਪਾਠ ਉਚਾਰਨ ਹੈ ਉਹਦਾ ਕਿ ਨਹੀਂ ਹੈ ਉਹ ਸੁਣਿਆ ਜਾਵੇ। ਜੇਕਰ ਹੈ ਤੇ ਉਹਦੀ ਚੋਣ ਕਰਕੇ ਉਹਦਾ ਬਣਦਾ ਜਿਹੜਾ ਹੱਕ ਉਹ ਦਿੱਤਾ ਜਾਵੇ। ਜੋ ਉਹਦਾ ਹੁਣ ਜਿਸ ਤਰ੍ਹਾਂ ਜੇਕਰ ਕੋਈ ਵਕੀਲ ਦੀ ਪੋਸਟ 'ਤੇ ਹੈ, ਉਹਨੂੰ ਉਸੇ ਤਰ੍ਹਾਂ ਦੀ ਤਨਖਾਹ ਮਿਲਦੀ ਹੈ। ਜੇਕਰ ਕੋਈ ਜੱਜ ਦੀ ਪੋਸਟ 'ਤੇ ਹੈ, ਉਹਨੂੰ ਉਸੇ ਤਰ੍ਹਾਂ ਦੀ ਤਨਖਾਹ ਮਿਲਦੀ ਹੈ। ਇਸੇ ਤਰ੍ਹਾਂ ਗ੍ਰੰਥੀ ਸਿੰਘ ਜੋ ਕਿ ਜਿਸ ਤਰ੍ਹਾਂ ਦੀ ਉਹਨੇ ਵਿੱਦਿਆ ਪ੍ਰਾਪਤ ਕੀਤੀ ਆ, ਜਿੰਨਾ ਕੁ ਉਹਦੇ ਅੰਦਰ ਗਿਆਨ ਹੈ, ਗੁਰੂ ਦੀ ਕਿਰਪਾ ਦੇ ਨਾਲ ਉਹਨੇ ਸਾਰਾ ਗਿਆਨ ਪ੍ਰਾਪਤ ਕੀਤਾ, ਉਸੇ ਤਰ੍ਹਾਂ ਦਾ ਉਹਨੂੰ ਉਹਦੀ ਵੇਖ ਕੇ, ਉਹਦੀ ਵਿੱਦਿਆ ਵੇਖ ਕੇ, ਉਹਦੀ ਐਜੂਕੇਸ਼ਨ ਵੇਖ ਕੇ ਉਸੇ ਤਰ੍ਹਾਂ ਦੀ ਜਿਹੜੀ ਉਹਨੂੰ ਤਨਖਾਹ ਦਿੱਤੀ ਜਾਵੇ, ਜਿਹਦੇ ਨਾਲ ਉਹ ਆਪਣੇ ਬੱਚਿਆਂ ਦੀ ਪੜ੍ਹਾਈ, ਆਪਣੇ ਪਰਿਵਾਰ ਦਾ ਖਰਚਾ, ਸਾਰਾ ਕੁਝ ਉਹ ਆਪਣੇ ਪਰਿਵਾਰ ਦਾ ਜੋ ਵੀ ਖਰਚਾ ਹੈ ਉਹ ਵਧੀਆ ਚਲਾ ਸਕੇ। ਜਿਸ ਤਰ੍ਹਾਂ ਆਪਾਂ ਜ਼ਿੰਦਗੀ ਬਤੀਤ ਕਰਦੇ ਹਾਂ, ਉਸੇ ਤਰ੍ਹਾਂ ਗ੍ਰੰਥੀ ਸਿੰਘ ਵੀ ਵਧੀਆ ਜਿਹੜੀ ਜ਼ਿੰਦਗੀ ਆ ਉਹ ਬਤੀਤ ਕਰ ਸਕੇ। ਜੇਕਰ ਆਪਣੇ ਬੱਚੇ ਹੋਰ ਪਿੰਡ ਦੇ ਵਿੱਚ ਜਿਹੜੇ ਰਹਿ ਰਹੇ ਜਿੰਨੇ ਵਿਅਕਤੀ, ਉਹਨਾਂ ਦੇ ਬੱਚੇ ਪ੍ਰਾਈਵੇਟ ਪੜ੍ਹ ਸਕਦੇ ਆ, ਅਤੇ ਗ੍ਰੰਥੀ ਸਿੰਘ ਦੇ ਬੱਚੇ ਵੀ ਜੇਕਰ ਪ੍ਰਾਈਵੇਟ ਦੇ ਵਿੱਚ ਪੜ੍ਹਨ ਕਿ ਕੋਈ ਦਿੱਕਤ ਨਹੀਂ ਹੋਵੇਗੀ, ਉਹਦੇ ਬੱਚੇ ਵੀ ਵਧੀਆ ਐਜੂਕੇਸ਼ਨ ਪ੍ਰਾਪਤ ਕਰਨ। ਗੁਰੂ ਘਰ ਦਾ ਉਹ ਵਜ਼ੀਰ ਹੈ। ਪ੍ਰਬੰਧਕ ਕਮੇਟੀਆਂ ਨੂੰ ਇਹ ਵੀ ਚਾਹੀਦਾ ਹੈ ਕਿ ਜਿੱਥੇ ਗ੍ਰੰਥੀ ਸਿੰਘ ਨੂੰ ਤਨਖਾਹ ਦਿੱਤੀ ਜਾਵੇ, ਉੱਥੇ ਉਹਦੇ ਬੱਚਿਆਂ ਦੀ ਵੀ ਐਜੂਕੇਸ਼ਨ ਦੇ ਉੱਪਰ ਜ਼ਰੂਰ ਕਿਤੇ ਨਾ ਕਿਤੇ ਨਿਗਾਹ ਰੱਖੀ ਜਾਵੇ। ਉਹਦੇ ਬੱਚਿਆਂ ਨੂੰ ਵੀ ਵਧੀਆ ਸਕੂਲ ਦੇ ਵਿੱਚ ਪੜ੍ਹਾਇਆ ਜਾਵੇ। ਐਡੀ ਕੋਈ ਵੱਡੀ ਨਹੀਂ ਗੱਲ ਹੁੰਦੀ ਪਿੰਡ ਦੇ ਵਿੱਚ ਕਿੰਨੀ 1500 2000 3000 ਵੋਟ ਹੁੰਦੀ ਹੈ ਕਿ ਬੱਚਿਆਂ ਦੀ ਆਪਾਂ ਕੋਈ ਪੜ੍ਹਾਈ ਨਾ ਕਰਾ ਸਕੀਏ, ਜ਼ਰੂਰ ਕਰਾ ਸਕਦੇ ਹਾਂ। ਇਸ ਤਰ੍ਹਾਂ ਜਿਹੜੇ ਹਾਲਾਤ ਹੈ ਉਹ ਜ਼ਰੂਰ ਹੋ ਸਕਦੇ ਆ। ਕਮੇਟੀ ਵੀ ਵਧੀਆ ਗ੍ਰੰਥੀ ਦੀ ਚੋਣ ਕਰੇ ਅਤੇ ਵਧੀਆ ਗ੍ਰੰਥੀ ਦੀ ਚੋਣ ਕਰਕੇ ਉਹਨੂੰ ਵਧੀਆ ਤਨਖਾਹ ਦਿੱਤੀ ਜਾਵੇ। ਸੋ ਇਸ ਤਰ੍ਹਾਂ ਗੁਰੂ ਪਿਆਰਿਓ, ਅਸੀਂ ਭਾਈ ਚਮਕੌਰ ਸਿੰਘ ਜੀ ਦੇ ਨਾਲ ਜੋ ਗ੍ਰੰਥੀ ਸਿੰਘਾਂ ਦੇ ਅੱਜ ਦੇ ਹਾਲਾਤਾਂ ਬਾਰੇ ਵਿਚਾਰ ਸਾਂਝੇ ਕੀਤੇ ਨੇ। ਭਾਈ ਚਮਕੌਰ ਸਿੰਘ ਜੀ ਮੇਰੇ ਸਾਥੀ ਵਿਦਿਅਕ ਨੇ, ਵਿੱਦਿਆ ਦੇ ਨਾਲ ਇਹਨਾਂ ਮੇਰਾ ਸਾਥ ਦਿੱਤਾ ਹੈ, ਮੇਰੇ ਨਾਲ ਇਹਨਾਂ ਵਿੱਦਿਆ ਪ੍ਰਾਪਤ ਕੀਤੀ ਹੈ।
ਸੋ ਬਹੁਤ ਚੰਗੀਆਂ ਵਿਚਾਰਾਂ ਭਾਈ ਚਮਕੌਰ ਸਿੰਘ ਜੀ ਦੀਆਂ। ਕੁਛ ਕੁ ਮਨ ਦੇ ਵਲਵਲੇ ਸਨ, ਅੱਜ ਦੇ ਜਿਹੜੇ ਸਮੇਂ ਦੇ ਹਾਲਾਤ ਬਣੇ ਹੋਏ ਉਹਨਾਂ ਦੇ ਬਾਬਤ ਆਪ ਜੀ ਦੇ ਨਾਲ ਸਾਂਝੇ ਕਰਨੇ ਸਨ। ਤੇ ਇੰਨੀਆਂ ਜੋ ਵਿਚਾਰਾਂ ਸਾਂਝੀਆਂ ਕੀਤੀਆਂ, ਕਿਤੇ ਨਾ ਕਿਤੇ ਗੁਰੂ ਪਿਆਰਿਓ ਐਸਾ ਸਮਾਂ ਬਣ ਗਿਆ ਹੈ ਕਿ ਜਿਵੇਂ ਅਸੀਂ ਆਖ ਦਿੰਦੇ ਹੁੰਦੇ ਸੀ ਨਾ, ਪੁਰਾਣੇ ਸਮਿਆਂ ਦੇ ਵਿੱਚ ਬਜ਼ੁਰਗ ਕਹਿੰਦੇ ਸਨ ਕਿ ਜਿਹੜਾ ਕਿਸੇ ਕੰਮ ਨਹੀਂ ਆ ਸਕਦਾ ਉਹ ਪਾਠੀ ਬਣ ਜਾਵੇ, ਉਹ ਗ੍ਰੰਥੀ ਬਣ ਜਾਵੇ। ਤੇ ਕਿਤੇ ਨਾ ਕਿਤੇ ਗ੍ਰੰਥੀਆਂ ਦੇ ਅੰਦਰ ਨਾ ਇਸ ਤਰੀਕੇ ਦੀ ਘਾਟ ਪੈਦਾ ਹੋ ਗਈ ਹੈ। ਤੇ ਦੂਜਾ ਕਾਰਜ ਇਹ ਕਿ ਜੇ ਉਹਨਾਂ ਦੇ ਵਿੱਚ ਉਹੋ ਜਿਹੀ ਯੋਗਤਾ ਹੋਵੇਗੀ ਫਿਰ ਸਾਹਮਣੇ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਕਮੇਟੀਆਂ ਨੂੰ ਤੇ ਬਹੁਤ ਜ਼ਿਆਦਾ ਆਖਿਆ ਜਾਂਦਾ ਹੈ, ਪਰ ਇਹ ਕਾਰਜ ਕਿਤੇ ਨਾ ਕਿਤੇ ਸਾਡੀ ਨਜ਼ਰ ਤੋਂ ਓਹਲੇ ਹੈ। ਅਸੀਂ ਵੇਖਦੇ ਨਹੀਂ ਕਿ ਸਾਨੂੰ ਆਪਣੀ ਵਿੱਦਿਆ ਦੇ ਉੱਪਰ ਵੀ ਧਿਆਨ ਦੇਣਾ ਚਾਹੀਦਾ। ਗ੍ਰੰਥੀ ਸਿੰਘ ਜਿਹੜਾ ਉਹ ਕਮੇਟੀਆਂ ਨੂੰ ਨਿੰਦਣਾ ਜਾਂ ਕਮੇਟੀਆਂ ਨੂੰ ਬੋਲਣਾ ਸ਼ੁਰੂ ਕਰ ਦਿੰਦੇ ਨੇ, ਉਹਨਾਂ ਨੂੰ ਆਪਣੀ ਵਿੱਦਿਆ 'ਤੇ ਧਿਆਨ ਦੇਣਾ ਚਾਹੀਦਾ, ਮੁਕੰਮਲ ਹੋਣਾ ਚਾਹੀਦਾ ਪਹਿਲਾਂ, ਫਿਰ ਉਹ ਮੰਗ ਕਰ ਸਕਦੇ ਨੇ, ਫਿਰ ਉਹ ਆਪਣਾ ਬਣਦਾ ਇਵਜ਼ਾਨਾ ਮੰਗਣ ਵਾਸਤੇ, ਹੱਕ ਲੈਣ ਵਾਸਤੇ। ਅੱਜ ਸਮੇਂ ਦੇ ਉੱਤੇ ਸਾਰਾ ਸੰਸਾਰ ਜਿਹੜਾ, ਸਾਰੇ ਲੋਕ ਜਿਹੜੇ ਆਪਣੇ ਹੱਕਾਂ ਵਾਸਤੇ ਲੜਨ ਲਈ ਤਿਆਰ ਖੜ੍ਹੇ ਨੇ, ਕਿਉਂਕਿ ਅਗਲਿਆਂ ਦੇ ਅੰਦਰ ਜਾਗਰੂਕਤਾ ਹੈ। ਇੰਨੀਆਂ ਕੁ ਵਿਚਾਰਾਂ ਜਿਹੜੀਆਂ ਇਸ ਵਿਸ਼ੇ ਦੇ ਬਾਬਤ ਸਾਂਝੀਆਂ ਜਿਹੜੀਆਂ ਕੀਤੀਆਂ ਆਪ ਜੀ ਦੇ ਨਾਲ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ ਤੁਸ਼ ਬੁੱਧ ਦੇ ਕਾਰਨ, ਸੋ ਭੁੱਲਾਂ ਚੁੱਕਾਂ ਦੀ ਮੁਆਫੀ ਬਖਸ਼ਣੀ। ਜੋ ਵੀ ਬੋਲਦੇ ਆ, ਅਨੇਕਾਂ ਪ੍ਰਕਾਰ ਦੇ ਜਿਹੜੇ ਬਚਨ ਨੇ ਉਹ ਕਿਸੇ ਨੂੰ ਜੇ ਚੁਭੇ ਹੋਣ ਤੇ ਸਾਡੀ ਕੋਈ ਐਸੀ ਮਨਸ਼ਾ ਨਹੀਂ, ਕਿਰਪਾ ਕਰਕੇ ਮੁਆਫੀ ਬਖਸ਼ਣੀ। ਆਓ ਦੋਵੇਂ ਹੱਥ ਜੋੜ ਕਰ ਫਤਿਹ ਦੀ ਸਾਂਝ ਪਾਈਏ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।